ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜਾਂਤੀ ਏਕ ਪਚਾਵਾ ਦੇਹੋ, ਓਪ ਲੱਗੈ ਕਰ ਕਾਰਜ ਇਹੋ। ਜਾਂਤੀ ਏਕ ਪਚਾਵਾ ਦੇਹੋ, ਓਪ ਲੱਗੈ ਕਰ ਕਾਰਜ ਇਹੋ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਭੈ ਗੁਣ ਔਰ ਭਰਪੂਰ ਪਇਓ ਗਨਨ, ਕਾਮ ਕ੍ਰੋਧ ਕੋਰੋਂ ਕੀ ਵਿਰਤਾ ਫਰਦ ਕੇ। ਹੋਇਓ ਮਨ ਚੋਰ ਚੋਰ ਰਹੀ ਮਤ ਚੋਰ ਚੋਰ, ਦੇਖ ਰਿਓ ਦੌਰ ਦੌਰ ਦਾਰੂ ਨਾ ਦਰਦ ਕੇ। ਮਿਲੈ ਗੁਰ ਪੂਰਨ ਸੰਤੋਖ ਸਿੰਘ ਤੋਰਨ, 100 ਲੱਖ ਦੁਖ ਪੂਰ ਗਾਤੇ ਕਲੀ ਨਰਦ ਕੀ। ਨਾਮ ਹੈ ਸਰਨ ਸੋਰ, ਪਾਵਨ ਪਤ ਤਰੋਰ, ਰਾਖੈ ਜ਼ਰੂਰ ਲਾਜ ਆਪਣੇ ਬਿਰਦ ਕੀ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਿਸ਼ਲ ਪਤਤ ਪਾਵਨ ਦੀਨਾ ਬੰਦੋ, ਤੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਦੀਨ ਦੁਨੀਆ ਦੇ ਮਾਲਕ ਮਾਲਵੇ ਦੇ ਇਲਾਕੇ ਨੂੰ ਭਾਗ ਲਗਾਉਂਦਿਆਂ ਹੋਇਆਂ ਆਪਣੇ ਯੋਧੇ ਸੂਰਮਿਆਂ ਦੇ ਸਮੇਤ ਭਾਈ ਭਗਤੇ ਪਿੰਡ ਦੇ ਵਿੱਚ ਪਹੁੰਚ ਗਏ ਹਨ। ਉੱਥੇ ਇੱਕ ਜਿਹੜਾ ਖੂਹ ਤਿਆਰ ਹੋ ਰਿਹਾ ਸੀ। ਸਤਿਗੁਰੂ ਜੀ ਆਪਣੀ ਮੌਤ ਦੇ ਵਿੱਚ ਆ ਕਰਕੇ ਪੁੱਛਣ ਲੱਗੇ, ਭਾਈ ਆ ਖੂਹ ਆਪਣੇ ਵੱਲੋਂ ਕੌਣ ਲਗਵਾ ਰਿਹਾ? ਉਹਨਾਂ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਭਾਈ ਭਗਤਾ ਜੀ ਹੋਏ ਨੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਅਨੰਨ ਸੇਵਕ। ਇਹ ਜਿਹੜਾ ਖੂਹ ਉਹਨਾਂ ਦੇ ਵੱਲੋਂ ਤਿਆਰ ਹੋ ਰਿਹਾ। ਸਤਿਗੁਰੂ ਜੀ ਨੇ ਵਿਅੰਗ ਵਚਨ ਕੀਤੇ ਵੀ ਜਿਹੜੇ ਤਾਮ ਮਾਇਆ ਧਨ ਉਹ ਤਾਂ ਲੱਗਦੀ ਹੈ ਰਾਜੇ ਮਹਾਰਾਜਿਆਂ ਦੀ, ਜਿਹੜੇ ਨੇ ਨੌਕਰ ਚਾਕਰੂ ਆਪਣੀ ਐਵੇਂ ਮਸ਼ਹੂਰੀ ਕਰਨ ਲੱਗ ਜਾਂਦੇ ਹਨ। ਸੁਣ ਕਰਕੇ ਹੈਰਾਨ ਹੋ ਗਏ ਸਾਰੇ। ਜਿਨ੍ਹਾਂ ਜਿਨ੍ਹਾਂ ਨੇ ਵੀ ਮਹਾਰਾਜ ਦੇ ਵਚਨ ਸੁਣੇ, ਉਸ ਸਮੇਂ ਸਤਿਗੁਰੂ ਜੀ ਦੇ ਪਾਸੋਂ ਪੁੱਛਿਆ, ਗਰੀਬ ਨਿਵਾਜ ਸੱਚੇ ਪਾਤਸ਼ਾਹ ਵੀ ਆਪ ਦੇ ਵਚਨਾਂ ਦੀ ਸਾਨੂੰ ਕੋਈ ਸਮਝ ਨਹੀਂ ਪਈ ਸੀ। ਉਸ ਸਮੇਂ ਸਤਿਗੁਰੂ ਜੀ ਨੇ ਸਮਝਾਇਆ ਵੀ ਇੱਕ ਤੁਰਕਾਂ ਦਾ ਬਹੁਤ ਵੱਡਾ ਦੀਵਾਨ ਭਾਈ ਰਾਮੂ ਕਰਕੇ ਹੋਇਆ। ਉਹਦੀ
ਲੜਕੀ ਨੂੰ ਇਹੋ ਜਿਹਾ ਬੜਾ ਭਿਆਨਕ ਦੁਖਦਾਈ ਪ੍ਰੇਤ ਚੰਬੜ ਗਿਆ ਸੀ। ਹੁਣ ਬੜੇ ਉਹਨੇ ਇਲਾਜ ਆਪਣੇ ਵੱਲੋਂ ਕਰਵਾਏ, ਪਰ ਕਿਤੋਂ ਵੀ ਆਰਾਮ ਨਹੀਂ ਆਇਆ। ਤੇ ਜਿਹੜੇ ਹੁਣ ਜੰਤਰ ਮੰਤਰ ਟੂਣੇ ਟਾਮਣ ਕਰਨ ਵਾਲੇ ਲੋਕ ਸਨ, ਉਹਨਾਂ ਦੇ ਪਾਸ ਵੀ ਜਾ ਕਰਕੇ ਬੜੀ ਮਾਇਆ ਆਪਣੇ ਪਾਸੋਂ ਲਟਵਾ ਲਈ, ਪਰ ਆਰਾਮ ਕਿਤੋਂ ਵੀ ਨਹੀਂ ਸੀ ਆਇਆ। ਅਖੀਰ ਨੂੰ ਵਿਚਾਰਾ ਦੁਖੀ ਹੋ ਕਰਕੇ ਅਨੰਦਪੁਰ ਦੇ ਵਿੱਚ ਪਹੁੰਚਿਆ। ਉਹ ਸਮੇਂ ਪਾਈ ਰਾਮੋ ਦੀਵਾਨ ਹੈ, ਬੜਾ ਅਮੀਰ ਤੇ ਨਾਟ ਹੈ, ਮਾਇਆ ਧਾਰੀ। ਸੰਗਤਾਂ ਦੇ ਵਿੱਚ ਖੜਿਆ ਹੋ ਕੇ ਨੇ ਬੇਨਤੀ ਕੀਤੀ ਵੀ ਮੈਂ ਤਾਂ ਦਿਨ ਰਾਤ ਬੜਾ ਤੰਗ ਰਹਿੰਦਾ ਹਾਂ, ਆ ਮੇਰੀ ਲੜਕੀ ਦਾ ਕਿਤੋਂ ਵੀ ਇਲਾਜ ਨਹੀਂ ਹੋਇਆ। ਸੁਣ ਕਰਕੇ ਫਿਰ ਸਤਿਗੁਰੂ ਜੀ ਭਾਈ ਭਗਤਾ ਜੀ ਦੇ ਵੱਲ ਦੇਖਣ ਲੱਗ ਪਏ ਸਨ। ਉਸੇ ਵਾਰ ਤਾਂ ਸਮਝ ਗਏ ਵੀ ਸਤਿਗੁਰੂ ਜੀ ਨੇ ਮੇਰੇ ਵੱਲ ਇਸ਼ਾਰਾ ਕੀਤਾ। ਭਾਈ ਭਗਤਾ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਸ੍ਰੀ ਜਪਜੀ ਸਾਹਿਬ ਦਾ ਕਰਕੇ ਜਾਪ, ਫਿਰ ਜਲ ਦੇ ਛਿੱਟੇ ਦੇ ਸਰੀਰ ਦੇ ਉੱਪਰ ਮਾਰੇ। ਨਾਲ ਦੀ ਨਾਲ ਜਿਹੜਾ ਸੀ ਰਾਮੋ ਦੀਵਾਨ ਬਹੁਤ ਵੱਡਾ ਮੇਰੇ ਤਨਾੜ, ਉਹਦੀ ਤਿੰਨੋਂ ਬਿਲਕੁਲ ਆਰਾਮ ਆ ਗਿਆ। ਜਦੋਂ ਇਹ ਆਪਣੇ ਵਾਪਸ ਲਾਹੌਰ ਪਹੁੰਚਿਆ, ਉਸ ਸਮੇਂ ਭਾਈ ਭਗਤਾ ਜੀ ਨੂੰ ਕਹਿ ਲੱਗਿਆ ਵੀ ਕੋਈ ਮੈਨੂੰ ਸੇਵਾ ਦੱਸੋ। ਬਹੁਤ ਵੱਡਾ ਮਾਣ ਪਰਉਪਕਾਰ ਤੁਸੀਂ ਮੇਰੇ ਉੱਪਰ ਕੀਤਾ ਹੈ। ਸੁਣ ਕਰਕੇ ਭਾਈ ਭਗਤਾ ਜੀ ਕਹਿ ਲੱਗੇ ਵੀ ਦੇਖ, ਸਾਨੂੰ ਪੱਕੀਆਂ ਹੋਈਆਂ ਇੱਟਾਂ ਦੀ ਲੋੜ ਹੈ। ਉਹ ਕਹਿਣ ਲੱਗਿਆ ਮਹਾਂਪੁਰਖ ਇੱਟਾਂ ਤਾਂ ਮੇਰੇ ਕੋਲ ਬਥੇਰੀਆਂ ਪਈਆਂ ਨੇ, ਪਰ ਹੁਣ ਮਾਲਵੇ ਦੇ ਇਲਾਕੇ 'ਚ ਲਿਜਾਊਗਾ ਕੌਣ? ਇਤਨੀਆਂ ਇੱਟਾਂ ਇਹ ਤਾਂ ਉੱਠਾਂ ਦੇ ਉੱਪਰ ਲੱਦ ਕਰਕੇ ਵੀ ਉੱਥੇ ਪਹੁੰਚਾਉਣੀਆਂ ਬੜੀਆਂ ਮੁਸ਼ਕਲ ਹੋ ਜਾਣੀਆਂ ਹਨ। ਸੁਣ ਕਰਕੇ ਕਹਿਣ ਲੱਗੇ ਵੀ ਤੂੰ ਇਹ ਗੱਲ ਦੀ ਨਾ ਚਿੰਤਾ ਕਰ, ਅਸੀਂ ਰਾਤੋਂ ਰਾਤ ਹੀ ਇੱਟਾਂ ਢੋ ਲੈਣੀਆਂ ਹਨ। ਕਹਿਣ ਲੱਗਿਆ ਵੀ ਮੇਰੇ ਵੱਲੋਂ ਤਾਂ ਖੁੱਲ੍ਹਾ ਹੈ, ਉਹ ਵੱਡੇ ਵੱਡੇ ਆਵੇ ਲੱਗੇ ਹੋਏ ਹਨ। ਉਸ ਸਮੇਂ ਜਿਹੜਾ ਸੀ ਉਹ ਰਾਮੋ ਦੀਵਾਨ, ਇਹਨੇ ਆਪਣੇ ਦੋ ਨੌਕਰ ਉੱਥੇ ਖੜੇ ਕਰਤੇ ਵੀ ਦੇਖਿਓ ਕਿਵੇਂ ਰਾਤੋਂ ਰਾਤ ਇੱਟਾਂ ਚੁੱਕ ਕਰਕੇ ਲਿਜਾਂਦੇ ਹਨ। ਇਹਨਾਂ ਵਿਚਾਰਿਆਂ ਨੂੰ ਦੱਸਣਾ ਤਾਂ ਕੀ ਸੀ, ਮਾੜਾ ਮੋਟਾ ਕੋਈ ਖੜਕਾ ਹੁੰਦਾ ਹੋਇਆ ਜ਼ਰੂਰ ਕੰਨਾਂ ਦੇ ਵਿੱਚ ਸੁਣਿਆ ਵੀ ਜਦੋਂ ਇਹ ਇੱਟਾਂ ਚੁੱਕ ਕਰਕੇ ਲਿਜਾ ਰਹੇ ਸੀ, ਉਸ ਸਮੇਂ ਭਾਈ ਭਗਤਾ ਜੀ ਨੇ ਇਹ ਜਿਹੜੀਆਂ ਸਾਰੀਆਂ ਇੱਟਾਂ ਇੱਕ ਪੈਰ ਦੇ ਅੰਦਰ ਅੰਦਰ ਹੀ ਆਪਣੇ ਨਗਰ ਦੇ ਵਿੱਚ ਪਹੁੰਚਾ ਦਿੱਤੀਆਂ ਸਨ। ਉਸ ਸਮੇਂ ਸੁਣ ਕਰਕੇ ਸਾਰੇ ਪ੍ਰੇਮੀ ਮਹਾਰਾਜ ਦੇ ਅੱਗੇ ਹੱਥ ਜੋੜਨ ਲੱਗ ਪਏ ਸਨ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਾਂਤੇ ਏਕ ਪਚਾਵਾ ਦੇਹੋ। ਉਸ ਸਮੇਂ ਭਾਈ ਭਗਤਾ ਜੀ ਕਹਿਣ ਲੱਗੇ ਵੀ ਆ ਇੱਕ ਆਵਾ ਸਾਨੂੰ ਬਖਸ਼ ਦੇ, ਇਹਦੇ ਨਾਲ ਸਾਡਾ ਜਿਹੜਾ ਖੂਹ ਲੱਗ ਜਾਣਾ ਹੈ। ਹੋਪ ਲੱਗਹਿ ਕਰ ਕਾਰਜ ਇਹੋ। ਇਹ ਹੈ ਪਰਉਪਕਾਰ ਦਾ ਬਹੁਤ ਵੱਡਾ ਕਾਰਜ, ਤੇ ਉਸ ਸਾਰੇ ਇਲਾਕੇ ਨੂੰ ਖੂਹ ਲੱਗਣ ਦੇ ਕਾਰਨ ਇਹ ਜਲ ਦੀ ਬੜੀ ਸਹੂਲਤ ਹੋ ਜਾਣੀ ਹੈ। ਸੁਨ ਰਾਮੋ ਬਿਸਮਿਓ ਬਚ ਪਾਖਾ। ਇਹ ਸੁਣ ਕਰਕੇ ਜਿਹੜਾ ਸੀ ਰਾਮੋ ਦੀਵਾਨ
ਮਨ ਦੇ ਵਿੱਚ ਬੜਾ ਹੈਰਾਨ ਹੋ ਗਿਆ ਸੀ। ਈਂਟ ਲਿਹੋ ਜਿਤ ਕੀ ਬਿਲਾਖਾ, ਕਹਿ ਲੱਗਿਆ ਮਹਾਂਪੁਰਖੋ ਜੈਤ ਕਾ ਬਲਾਖਾ, ਜਿਤਨੀਆਂ ਤੁਸੀਂ ਇੱਟਾਂ ਚਾਹੁੰਦੇ ਹੋ ਨਾ ਉਤਨਾ ਹੀ ਇੱਥੋਂ ਤੁਸੀਂ ਲੈ ਜਾ ਸਕਦੇ ਹੋ। ਇਤੀ ਦੂਰ ਪਹੁੰਚੈ ਕੈਸੀ, ਪਰ ਹੁਣ ਮੈਨੂੰ ਇਹ ਗੱਲ ਸਮਝਦੀ ਨਹੀਂ ਪੈਂਦੀ ਵੀ ਮਾਲਵੇ ਦੇ ਇਲਾਕੇ ਦੇ ਵਿੱਚ ਇੱਟਾਂ ਤਾਂ ਹੁਣ ਪਹੁੰਚਾਉਣੀਆਂ ਬੜੀਆਂ ਔਖੀਆਂ ਹੋ ਜਾਣੀਆਂ ਹਨ। ਓਸ਼ਟ ਸਕਟ ਤੀ ਜਾਈ ਨਾ ਤੈਸੀ, ਨਾ ਇਹ ਗੱਡਿਆਂ ਤੇ ਨਾ ਉੱਠਾਂ ਤੇ ਲੱਦ ਕਰਕੇ ਆਪਾਂ ਲੈ ਜਾ ਸਕਦੇ ਹਾਂ। ਦਰਬ ਅਦਕ ਤੀ ਪਹੁੰਚੈ ਸੋਈ, ਜੇ ਕੋਈ ਇਹੋ ਜਿਹਾ ਸਾਧਨ ਵੀ ਕੀਤਾ ਗਿਆ ਇਹਦੇ ਉੱਪਰ ਦਾ ਫਿਰ ਇੱਟਾਂ ਦੇ ਨਾਲੋਂ ਵੀ ਬੜਾ ਜ਼ਿਆਦਾ ਖਰਚ ਹੋ ਜਾਣਾ ਹੈ। ਇਹ ਉੱਤਰ ਮੋ ਕਹੋ ਕਹੋ ਕੋਈ, ਉਸ ਸਮੇਂ ਭਾਈ ਰਾਮੂ ਦੀਵਾਨ ਇਸ ਗੱਲ ਦਾ ਜਿਹੜਾ ਜਵਾਬ ਭਾਈ ਭਗਤਾ ਜੀ ਤੋਂ ਪੁੱਛਣ ਲੱਗੇ ਹਨ। ਸੁਨ ਭਗਤੀ ਕਹਿ ਤੇ ਦੇਹੋ ਤੁਮ ਤਾਹੀ, ਭਾਈ ਭਗਤਾ ਜੀ ਕਹਿ ਲਗੇ ਵੀ ਇੱਟਾਂ ਲਾ ਜਾਣੀਆਂ ਤਾਂ ਸਾਡਾ ਆਪਣਾ ਕੰਮ ਹੈ। ਪਹੁੰਚਾਬਨ ਕੁਛ ਮੁਸ਼ਕਲ ਨਾਹੀ, ਇਤਨੀ ਦੌਰ ਇੱਟਾਂ ਪਹੁੰਚਾਉਣੀਆਂ ਇਹ ਸਾਡੇ ਵਾਸਤੇ ਕੋਈ ਬਹੁਤ ਹੀ ਵੱਡੀ ਮੁਸ਼ਕਲ ਵਾਲੀ ਗੱਲ ਨਹੀਂ ਹੈ। ਏਕ ਨਿਸਾ ਮਹਿ ਸਭ ਲੈ ਜਾਵੇਂ, ਅਸੀਂ ਤਾਂ ਸਾਰਾ ਜਿਹੜਾ ਤੇਰਾ ਆਵਾ ਰਾਤੋਂ ਰਾਤ ਆਪਣੇ ਪਿੰਡ ਦੇ ਵਿੱਚ ਪਹੁੰਚਾ ਦੇਣਾ ਹੈ। ਪਹੁੰਚੈ ਸੁਗਮਾ ਕੋਪ ਲਗਵਾਵੇਂ, ਸੌਖੀਆਂ ਹੀ ਇੱਟਾਂ ਜਦੋਂ ਪਹੁੰਚ ਗਈਆਂ ਉਹਦੇ ਨਾਲ ਬੜਾ ਸੁੰਦਰ ਜਿਹੜਾ ਖੂਹ ਲੱਗ ਕਰਕੇ ਤਿਆਰ ਹੋ ਜਾਣਾ ਹੈ। ਤਬ ਰਾਮੋ ਇੱਕ ਦਿਓ ਪਚਾਵਾ, ਇਹ ਸੁਣ ਕਰਕੇ ਭਾਈ ਰਾਮੂ ਦੀਵਾਨ ਨੇ ਇੱਕ ਜਿਹੜਾ ਆਵਾ ਭਾਈ ਭਗਤਾ ਜੀ ਦੀ ਸੇਵਾ ਦੇ ਵਿੱਚ ਭੇਟਾ ਕਰ ਦਿੱਤਾ ਸੀ। ਦੇਖਨ ਹਿਤ ਨਰ ਏਕ ਬਿਠਾਵਾ, ਇੱਕ ਦਾ ਜਿਹੜੇ ਨੌਕਰ ਦੇਖਣ ਵਾਸਤੇ ਉੱਥੇ ਨੇ ਨੇੜੇ ਬਿਠਾ ਦਿੱਤੇ ਹਨ। ਭਗਤੀ ਸਭ ਪ੍ਰੀਤਨ ਕੋ ਪ੍ਰੇਰਾ, ਹੁਣ ਉਸੇ ਵਕਤ ਭਾਈ ਭਗਤਾ ਜੀ ਨੇ ਜਿਹੜੇ ਸੀ ਇਹਨਾਂ ਦੇ ਬਾਅਦ ਦੇ ਵਿੱਚ ਕੀਤੇ ਹੋਏ ਬਹੁਤ ਪ੍ਰੇਤ ਉਹਨਾਂ ਨੂੰ ਆਗਿਆ ਕਰ ਦਿੱਤੀ ਹੈ। ਆਨ ਲੱਗੀ ਢੋਬਨ ਤਿਸ ਬੀਰਾ, ਹੁਣ ਹੁਕਮ ਕਾ ਪਾ ਕੇ ਬੜੇ ਬਹੁਤ ਪ੍ਰੇਤ ਰਾਤ ਨੂੰ ਇੱਟਾਂ ਢੋਣ ਦੇ ਲਈ ਹਾਜ਼ਰ ਹੋ ਗਏ ਸਨ। ਏਕ ਜਾਮ ਮਹਿ ਸਭ ਲੈ ਆਈ, ਇੱਕ ਜਾਮ ਭਾਵ 3 ਘੰਟਿਆਂ 'ਚ ਇਹਨਾਂ ਨੇ ਜਿਹੜਾ ਪੂਰੇ ਦਾ ਪੂਰਾ ਆਵਾ ਭਾਈ ਭਗਤ ਪਿੰਡ ਦੇ ਵਿੱਚ ਢੋ ਦਿੱਤਾ ਸੀ। ਬੈਠਿਓ ਨਰ ਕੁਛ ਪਿਖਿਓ ਨਾ ਜਾਈ, ਜਿਹੜਾ ਨੌਕਰ ਰਾਮੂ ਦੀਵਾਨ ਨੇ ਦੇਖਣ ਵਾਸਤੇ ਭੇਜਿਆ ਉਹਨੂੰ ਉੱਥੇ ਕੋਈ ਵੀ ਜਿਹੜਾ ਪ੍ਰਾਣੀ ਇੱਟਾਂ ਢੋਂਦਾ ਹੋਇਆ ਨਜ਼ਰ ਨਹੀਂ ਆਇਆ ਸੀ। ਰਾਮੋ ਸੰਗ ਜਾਏ ਤਿਹ ਪਨਾ, ਥੋੜੀ ਬਾਤੀ ਆਵਾਜ਼ ਜੋ ਵੀ ਇਹਦੇ ਕੰਨਾਂ ਦੇ ਵਿੱਚ ਪਈ ਉਹ ਜਾ ਕਰਕੇ ਨੇ ਗੱਲਬਾਤ ਆਪਣੇ ਦੀਵਾਨ ਦੇ ਪਾਸ ਦੱਸ ਦਿੱਤੀ ਹੈ। ਵੱਡੋ ਕੁਲਾਹਲ ਮੈਂ ਇੱਕ ਸੁਨਾ, ਕਹਿ ਲੱਗਿਆ ਦੀਵਾਨ ਸਾਹਿਬ ਚੱਕਣ ਵਾਲਾ ਤਾਂ ਨਹੀਂ ਮੈਨੂੰ ਕੋਈ ਦੱਸਿਆ ਉੱਥੇ ਬਹੁਤ ਜਿਹੜਾ ਰੌਲਾ ਗੌਲਾ ਪੈਂਦਾ ਹੋਇਆ ਉਹ ਮੈਨੂੰ ਜ਼ਰੂਰ ਕੰਨਾਂ ਦੇ ਨਾਲ ਸੁਣਦਾ ਸੀ। ਦੇਖਿਓ ਰੂਪ ਨਾ ਰੰਗ ਨਾ ਅੰਗ, ਜਿਹੜੇ ਨੇ ਨਾ ਇੱਟਾਂ ਲਿਜਾਣ ਵਾਲੇ ਨਾ ਉਹਨਾਂ ਦੀ ਕੋਈ ਰੂਪ ਨਾ ਰੇਖਾ ਮੈਨੂੰ ਰਾਤ ਦੇ ਟਾਈਮ ਤੇ ਨਹੀਂ ਨਜ਼ਰ ਆਈ ਹੈ। ਕਰਤ ਸ਼ੀਗਰ ਲੈ ਗਏ ਇੱਕ ਸੰਗ, ਉਹ ਤਾਂ ਬੜੀ ਤੇਜ਼ੀ ਦੇ ਨਾਲ ਥੋੜੇ ਟਾਈਮ ਦੇ ਅੰਦਰ ਹੀ ਸਾਰਾ ਜਿਹੜਾ ਆਪਣਾ ਆਵਾ ਪਕਾਇਆ ਹੋਇਆ ਚੁੱਕ ਕਰਕੇ ਲੈ ਗਏ ਹਨ। ਬਿਸਮਿਓ ਰੂਪ ਰਾਮੋ ਤੂਸ਼ਨ ਪਇਓ, ਸੋਹਣਾ ਕਰਕੇ ਰਾਮੂ ਦੀਵਾਨ ਇਹ ਵੀ ਮਨ ਦੇ ਵਿੱਚ ਬੜਾ ਹੈਰਾਨ ਹੋ ਗਿਆ ਸੀ। ਸੋ ਇਹ ਕੋਪ ਲਗਾਵਨ ਕੀਓ, ਉਹ ਸਮੇਂ ਪਿੰਡ ਵਾਲੇ ਪ੍ਰੇਮੀਆਂ ਨੇ ਦੱਸਿਆ ਗਰੀਬਨ ਵਾ ਸੱਚੇ ਪਾਤਸ਼ਾਹ ਵੀ ਜਿਹੜਾ ਅੱਗੇ ਇਹ ਭਾਈ ਭਗਤੇ ਦਾ ਪਰਿਵਾਰ ਹੈ ਨਾ ਉਹ ਇੱਥੇ ਆ ਜਿਹੜਾ ਖੂਹ ਤਿਆਰ ਕਰਵਾ ਰਹੇ ਹਨ। ਆਪੀ ਪੋਤ ਮਜੂਰੀ ਕਰੈ, ਹੁਣ ਵੀ ਬਹੁਤ ਪ੍ਰੇਤ
ਇਹਨਾਂ ਦੀ ਜਿਹੜੀ ਮਜ਼ਦੂਰੀ ਹਰ ਵਕਤ ਕਰਦੇ ਰਹਿੰਦੇ ਹਨ। ਚੂਨਾ ਈਂਟ ਆਨਕ ਧਰੈ, ਦੂਰਾ ਦੂਰੋਂ ਚੂਨਾ ਵੀ ਇੱਟਾਂ ਵੀ ਲਿਆ ਕਰਕੇ ਇੱਥੇ ਰੱਖ ਦਿੰਦੇ ਹਨ। ਸ੍ਰੀ ਅਰਜਨ ਪ੍ਰਸੰਨ ਮਨ ਹਵੈ ਕੈ, ਤਾਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜੇ ਜਿਹੜੇ ਗੁਰ ਸਿੱਖਾਂ ਨੂੰ ਇਹੋ ਜਿਹੀਆਂ ਜਿਹੜੀਆਂ ਰੂਹਾਨੀ ਤਾਕਤਾਂ ਬਖਸ਼ੀਆਂ ਸਨ। ਬੜਿਆਂ ਨੂੰ ਉਹ ਰਿੱਧੀਆਂ ਸਿੱਧੀਆਂ ਵੀ ਉਸ ਵਕਤ ਪ੍ਰਾਪਤ ਹੋਈਆਂ ਸੀ। ਭਾਈ ਬਹਿਲੋ ਸਭ ਤੋਂ ਪਹਿਲੋਂ ਬੜਿਆ ਜੇ ਬ੍ਰਹਮ ਗਿਆਨੀ ਗੁਰੂ ਕੇ ਪਿਆਰੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਸੇਵਾ ਕਰਿਆ ਕਰਦੇ ਸੀ। ਭਾਈ ਬਹਿਲੋ ਕੇ ਬਸ ਕਹਿ ਕੀ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆ ਜਿਹੜੀਆਂ ਗੈਬੀ ਰੂਹਾਂ ਸਾਰੀਆਂ ਇਹ ਭਾਈ ਬਹਿਲੋ ਦੇ ਅਧੀਨ ਕਰ ਦਿੱਤੀਆਂ ਸਨ। ਚਾਰੋਂ ਦਿਸ਼ ਕੋ ਪੋਤਰੋ ਪ੍ਰੇਤ, ਜੋ ਵੀ ਭੂਤ ਔਰ ਪ੍ਰੇਤ ਇਹ ਚਾਰੇ ਦਿਸ਼ਾ ਦੇ ਵਿੱਚ ਘੁੰਮਣ ਵਾਲੇ ਹਨ। ਇਹਨਾਂ ਸਾਰਿਆਂ ਨੂੰ ਫਿਰ ਮਹਾਰਾਜ ਨੇ ਸੇਵਾ ਤੇ ਖੁਸ਼ ਹੋ ਕੇ ਭਾਈ ਬਹਿਲੋ ਦੇ ਬਸ ਦੇ ਵਿੱਚ ਕਰ ਦਿੱਤਾ ਸੀ। ਤਬ ਤੇ ਇਨਕੀ ਬਸੀ ਨਿਕੇਤ, ਉਦੋਂ ਤੋਂ ਹੈ ਸਾਰੇ ਭੂਤ ਪ੍ਰੇਤ ਭਾਈ ਬਹਿਲੋ ਜੀ ਦੀ ਆਗਿਆ ਦੇ ਵਿੱਚ ਚੱਲਦਿਆਂ ਹੋਇਆਂ ਇਹਨਾਂ ਦੇ ਘਰ ਦੀ ਬੜੀ ਸੇਵਾ ਕਰਦੇ ਰਹਿੰਦੇ ਹਨ। ਬੈਠੇ ਸਤਿਗੁਰ ਗਾਥ ਬਤਾਈ, ਉਸ ਵਕਤ ਦਸ਼ਮੇਸ਼ ਪਿਤਾ ਨੇ ਜਦੋਂ ਉਹ ਪਿੱਪਲ ਥੱਲੇ ਬੈਠ ਕਰਕੇ ਸਾਰੀ ਗਾਥਾ ਪਿੰਡ ਦੇ ਲੋਕਾਂ ਨੂੰ ਸੁਣਾ ਦਿੱਤੀ ਹੈ। ਇਤਨੇ ਮਹਿ ਕੇ ਨਾ ਜਾਈ ਸੁਨਾਈ, ਇਤਨੇ ਨੂੰ ਜਾ ਕਰਕੇ ਜਿਹੜੀ ਵਾਰਤਾ ਕਿਸੇ ਨੇ ਭਾਈ ਭਗਤ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸ ਦਿੱਤੀ ਸੀ। ਗੁਰ ਉਤਰੇ ਪੀਪਰ ਤਰ ਤਰੀ, ਵੀ ਦੇਖੋ ਐਸ ਭਗਤ ਦਸ਼ਮੇਸ਼ ਪਿਤਾ ਆਪਣੇ ਪਿੰਡ 'ਚ ਪਿੱਪਲ ਦੇ ਥੱਲੇ ਉਹਨਾਂ ਨੇ ਡੇਰੇ ਲਗਾਏ ਹੋਏ ਹਨ। ਸੁਣ ਕਹਿ ਬਾਕ ਬਚਨ ਹਿਮ ਕਰੀ, ਕਹਿ ਲਗੇ ਵੀ ਆ ਤੁਹਾਡੇ ਪਰਿਵਾਰ ਦਾ ਜੋ ਸਾਰਾ ਹਾਲ ਸਤਿਗੁਰੂ ਜੀ ਨੇ ਤਾਂ ਪਹਿਲਾਂ ਹੀ ਆਪਣੇ ਪਿੰਡ ਦੇ ਲੋਕਾਂ ਦੇ ਪਾਸ ਦੱਸ ਦਿੱਤਾ ਹੈ। ਕੀਤਕ ਸਿੰਘਨ ਕੋ ਦਲ ਸਾਥ, ਸਤਿਗੁਰੂ ਜੀ ਦੇ ਨਾਲ ਛੋਟਾ ਜਿਹਾ ਜਿਹੜਾ ਸਿੰਘਾਂ ਦਾ ਦਲ ਵੀ ਆਇਆ ਹੈ। ਕੋਪ ਲੱਗਹਿ ਤਿਸ ਟਿਗ ਥਿਰ ਨਾਥ, ਦੇਨ ਦੁਨੀਆ ਦੇ ਮਾਲਕ ਇਸ ਵਕਤ ਆ ਤੁਹਾਡੇ ਖੂਹ ਦੇ ਬਿਲਕੁਲ ਨੇੜੇ ਹੀ ਡੇਰਾ ਲਗਾ ਕਰਕੇ ਬੈਠੇ ਹਨ। ਪੰਜ ਪੁੱਤਰ ਭਗਤੀ ਕੀ ਤਹਾਂ, ਉਸ ਵਕਤ ਜਿਹੜਾ ਸੀ ਭਾਈ ਭਗਤਾ ਜੀ ਦੇ ਪੁੱਤਰ ਪੰਜ ਇਸ ਨਗਰ ਦੇ ਵਿੱਚ ਵਸਣ ਵਾਲੇ ਸਨ। ਇਕ ਗੁਰਦਾਸ ਜਨਿਓ ਤ੍ਰੇ ਮਹਾ, ਇੱਕ ਭਾਈ ਗੁਰਦਾਸ ਜਿਨ੍ਹਾਂ ਦਾ ਜ਼ਿਕਰ ਪਹਿਲਾਂ ਇਹ ਆ ਚੁੱਕਿਆ ਹੈ। ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਸ਼ਹਿਰ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਨੂੰ ਬੜੀਆਂ ਕਰਾਮਾਤਾਂ ਸ਼ਕਤੀਆਂ ਦਿਖਾਉਣ ਦੇ ਲਈ ਭੇਜਿਆ। ਉਸ ਵਕਤ ਭਾਈ ਬਹਿਲੋ ਕੇ ਜਿਹੜੇ ਗੁਰਦਾਸ ਨਾਲ ਗਏ ਸੀ। ਸੋ ਜੋ ਹੈ ਭਾਈ ਭਗਤਾ ਜੀ ਦੇ ਘਰੋਂ ਮਾਤਾ ਜੀ ਉਹਨਾਂ ਦੇ ਉਧਰ ਤੋਂ ਇਹਨਾਂ ਦਾ ਜਿਹੜਾ ਜਨਮ ਹੋਇਆ ਸੀ। ਸੋ ਭਾਈ ਭਗਤਾ ਜੀ ਦੀਆਂ ਜਿਹੜੀਆਂ ਦੋ ਸ਼ਾਦੀਆਂ ਹੋਈਆਂ ਸੀ, ਜਿਹੜੇ ਸੀ ਇਹਨਾਂ ਦੇ ਘਰੋਂ ਵੱਡੇ ਮਾਤਾ ਜੀ ਉਹਨਾਂ ਦੇ ਫਿਰ ਪੈਰ ਤੋਂ ਭਾਈ ਜਿਹੜੇ ਬਹਿਲੋ ਕੇ ਗੁਰਦਾਸ ਪੈਦਾ ਹੋਏ ਸਨ। ਦੁਤੀਏ ਭਾਰਜਾ ਤੇ ਸੁਤ ਉਪਤਾ, ਜਿਹੜੇ ਸੀ ਭਾਈ ਭਗਤਾ ਜੀ ਦੇ ਦੂਸਰੇ ਧਰਮ ਸਪਤਨੀ ਉਹਨਾਂ ਤੋਂ ਫਿਰ ਕਈ ਪੁੱਤਰਾਂ ਨੇ ਜਨਮ ਧਾਰਨ ਕੀਤਾ ਸੀ। ਤਾਰਾ ਭਾਰਾ ਮਿਹਰਾ ਬਖਤਾ, ਇੱਕ ਤਾਰਾ ਭਾਰਾ ਮੇਰਾ ਤੇ ਭਗਤਾ ਇਹ ਜਿਹੜੇ ਚਾਰ ਪੁੱਤਰ ਭਾਈ ਭਗਤਾ ਜੀ ਦੇ ਦੂਜੇ ਜਿਹੜੇ ਛੋਟੀ ਉਮਰ ਵਾਲੇ ਮਾਤਾ ਜੀ ਸਨ ਉਹਨਾਂ ਦੇ
ਉਹ ਉਦਰ ਤੋਂ ਪੈਦਾ ਹੋਏ ਸਨ। ਪੰਚੋ ਤਤ ਛਿਨ ਹਵੈ ਕਰ ਤਿਆਰ। ਜਦੋਂ ਇਹਨਾਂ ਨੂੰ ਮਹਾਰਾਜ ਦੇ ਆਉਣ ਦਾ ਲੱਗਿਆ ਪਤਾ, ਪੰਜੇ ਭਰਾ ਤਿਆਰ ਹੋ ਕਰਕੇ ਆਪਣੇ ਘਰੋਂ ਚੱਲ ਪਏ ਸੀ। ਏਕ ਤੁਰੰਗਮ ਸ਼ੁਭ ਸਿੰਗਾਰ। ਇਹਨਾਂ ਨੇ ਇੱਕ ਬਹੁਤ ਬੇਕੀਮਤਾ ਉੱਚੇ ਲੰਬੇ ਕੱਦ ਵਾਲਾ ਘੋੜਾ ਆਪਣੇ ਘਰੋਂ ਹੀ ਸ਼ਿੰਗਾਰ ਕਰਕੇ ਲਿਆਂਦਾ ਸੀ। ਜੀਨ ਰਜਤ ਕੋ ਉਪਰ ਪਾਈ। ਜਿਸ ਘੋੜੇ ਦੇ ਉੱਪਰ ਇਹਨਾਂ ਨੇ ਜਿਹੜੀ ਕਾਠੀ ਉਹ ਵੀ ਚਾਂਦੀ ਦੀ ਬਣੀ ਹੋਈ ਪਾਈ ਹੋਈ ਹੈ। ਸ੍ਰੀ ਸਤਿਗੁਰ ਕੀ ਢਿਗ ਲੈ ਆਈ। ਉਹ ਜਿਹੜਾ ਘੋੜਾ ਚਾਂਦੀ ਦੀ ਕਾ ਪਾ ਕਰਕੇ ਕਾਠੀ ਦਸ਼ਮੇਸ਼ ਪਿਤਾ ਦੇ ਅੱਗੇ ਲਿਆ ਕਰਕੇ ਖੜਾ ਕਰ ਦਿੱਤਾ ਸੀ। ਪਦ ਅਰਬਿੰਦ ਬੰਦਨਾ ਕਰਕੇ। ਪੰਜਾ ਭਰਾਵਾਂ ਨੇ ਆ ਕਰਕੇ ਦੀਨ ਦੁਨੀਆ ਦੇ ਮਾਲਕ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਬੜੀ ਸ਼ਰਧਾ ਭਾਵਨਾ ਦੇ ਨਾਲ। ਦਰਸ਼ਨ ਦੇਖਿਓ ਚਿਤ ਹਿਤ ਧਰ ਕੇ। ਉਹ ਸਮੇਂ ਸਾਰਿਆਂ ਨੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਆ ਕਰਕੇ ਜਦੋਂ ਦੀਦਾਰ ਕੀਤਾ ਸੀ। ਬੈਠਤ ਹੀ ਕਰ ਜੋਰ ਉਚਾਰੀ। ਹੁਣ ਜਦੋਂ ਸਾਰੇ ਦੋਵੇਂ ਹੱਥ ਜੋੜ ਕਰਕੇ ਮਹਾਰਾਜ ਦੇ ਪਾਸ ਬੈਠ ਗਏ ਹਨ। ਕਹਿਓ ਕੋਰ ਕੇ ਨਾ ਆਪ ਅਗਾਰੀ। ਕਹਿ ਲੱਗਾ ਸੱਚੇ ਪਾਤਸ਼ਾਹ ਆ ਇੱਕ ਜਿਹੜੀ ਗਾਥਾ ਵੈਸੇ ਤਾਂ ਉਹ ਇਹਨਾਂ ਨੇ ਐਵੇਂ ਕਲਪਤ ਬਣਾ ਕਰਕੇ ਆਪਦੀ ਦੇ ਪਾਸ ਕਹਿ ਦਿੱਤੀ ਹੈ। ਬਪਰੀ ਬਾਤ ਕੋਪ ਕੀ ਕਹਾ। ਮਹਾਰਾਜ ਕਾ ਮਾੜੇ ਜੇ ਲੱਗਦਾ ਖੋਦੀ ਤਾਂ ਗੱਲੇ ਕੀ ਕਰਨੀ ਹੈ। ਤੁਮ ਤੇ ਹੀ ਹਮ ਸਭ ਕਿਛ ਲਹਾ। ਔਰ ਸਾਡੇ ਪਰਿਵਾਰ ਨੇ ਤਾਂ ਸਾਰੀਆਂ ਰਹਿਮਤਾਂ ਬਖਸ਼ਿਸ਼ਾਂ ਆਪ ਦੇ ਚਰਨਾਂ 'ਚੋਂ ਪ੍ਰਾਪਤ ਕੀਤੀਆਂ ਨੇ। ਆ ਮਾੜੇ ਜੇ ਇੱਕ ਖੋਹ ਦੀ ਅਸੀਂ ਗੱਲ ਆਪਦੇ ਪਾਸ ਕੀ ਕਹਿ ਸਕਦੇ ਹਾਂ। ਲਗ ਦੀਰਗ ਤ੍ਰੈ ਪੁਰਖ ਹਮਾਰੀ। ਮਹਾਰਾਜ ਜੋ ਵੀ ਸਾਡੇ ਘਰ ਦੇ ਵਿੱਚ ਛੋਟੇ ਜਾਂ ਵੱਡੇ ਮੈਂਬਰ ਹਨ, ਆਦਿ ਅੰਤ ਕੀ ਦਾਸ ਤੁਮਾਰੀ। ਅਸੀਂ ਤਾਂ ਪਹਿਲਾਂ ਤੋਂ ਹੀ ਆਪ ਜੀ ਦੇ ਚਰਨਾਂ ਦੇ ਸੇਵਕ ਦਾਸ ਬਣੇ ਹੋਏ ਹਾਂ। ਚਾਹੇ ਸਾਡੇ ਘਰ ਦੇ ਵਿੱਚ ਜੋ ਵੀ ਧੀਆਂ ਪੁੱਤਰ ਹਨ, ਜੋ ਵੀ ਪਰਿਵਾਰ, ਇਹ ਤਾਂ ਹੁਣ ਆਪ ਦੀ ਦਾਤ ਸਾਨੂੰ ਪਹਿਲਾਂ ਤੋਂ ਹੀ ਆਪ ਜੀ ਨੇ ਹੀ ਬਖਸ਼ੀ ਹੋਈ ਹੈ। ਭੋਖਨ ਕਿਸ ਕੀ ਬਾਂਦੀ ਕਿਸ ਕੀ। ਜਿਵੇਂ ਆਮ ਮੁਹਾਵਰਾ ਵੀ ਭੁੱਖਣ ਕਿਹਦਾ ਤੇ ਆ ਬਾਂਦੀ ਕਿਸ ਦੀ। ਹੁਣ ਸਾਰੀਆਂ ਦਾਤਾਂ ਇਹ ਤਾਂ ਸਾਡੇ ਪਰਿਵਾਰ ਨੂੰ ਪਹਿਲਾਂ ਤੋਂ ਹੀ ਆਪ ਦੇ ਦਰਬਾਰ ਦੇ ਵਿੱਚੋਂ ਪ੍ਰਾਪਤ ਹੋਈਆਂ ਹਨ। ਯਮਨਾ ਲਖੈ ਮੂਰਖ ਮਤ ਤਿਸ ਕੀ। ਪਰ ਜਿਹੜੇ ਨੇ ਮੋਟੀ ਬੁੱਧ ਵਾਲੇ ਲੋਕ ਉਹ ਫਿਰ ਇਸ ਹਕੀਕਤ ਨੂੰ ਜਾਣ ਨਹੀਂ ਸਕਦੇ ਹਨ। ਹਮਰੋ ਸਭ ਘਰ ਬਾਰ ਤੁਮਾਰਾ। ਸੱਚੇ ਪਾਤਸ਼ਾਹ ਜੋ ਵੀ ਜ਼ਮੀਨ ਜਾਇਦਾਦ ਜੋ ਵੀ ਕਾਰੋਬਾਰ ਅਸੀਂ ਆਪਣੇ ਰਹਿਣ ਵਾਸਤੇ ਬਣਾਏ ਹੋਏ ਹਨ, ਸਭ ਜਾਚਕ ਇੱਕ ਆਪ ਦਤਾਰਾ। ਆਪ ਸਾਰੀ ਦੁਨੀਆ ਦੇ ਮਾਲਕ ਰੂਪ। ਸਾਡੇ ਵਰਗੇ ਦਾ ਪਤਾ ਨਹੀਂ ਕਿਤਨੇ ਮੰਗਤੇ ਆਪ ਜੀ ਦੇ ਚਰਨਾਂ ਚੋਂ। ਆ ਜਿਹੜੇ ਨੇ ਸੰਸਾਰੀ ਪਦਾਰਥ ਹਰ ਵਕਤ ਮੰਗਦੇ ਰਹਿੰਦੇ ਹਨ। ਪਿੱਖ ਪੰਚੋਂ ਪ੍ਰਾਤਾ ਕੀ ਔਰ। ਉਹ ਸਮੇਂ ਸਤਿਗੁਰੂ ਜੀ ਨੇ ਜਦੋਂ ਪੰਜੇ ਭਰਾਵਾਂ ਦੇ ਵੱਲ ਆਪਣੀ ਨਜ਼ਰ ਪਾਈ ਸੀ, ਨਿਰਹੰਕਾਰ ਰਹੇ ਕਰ ਜੋਰ। ਸਤਿਗੁਰੂ ਜੀ ਨੇ ਦੇ ਲਿਆ ਵੀ ਇਹਨਾਂ ਦੇ ਮਨ ਦੇ ਵਿੱਚ ਬੜੀ ਨਿਮਰਤਾ ਗਰੀਬੀ ਭਰੀ ਹੋਈ ਹੈ। ਇਸੇ ਕਰਕੇ ਹੁਣ ਸਾਰੇ ਹੀ ਮਹਾਰਾਜ ਦੇ ਅੱਗੇ ਦੋਵੇਂ ਹੱਥ ਜੋੜ ਕਰਕੇ ਖੜੇ ਹੋ ਗਏ ਸਨ। ਮੰਦ ਮੰਦ ਮੁਸਕਾਈ ਬਕਾਨੀ। ਦਸ਼ਮੇਸ਼ ਪਿਤਾ ਨੇ ਬੜੇ ਸੁੰਦਰ ਨੂਰਾਨੀ ਚਿਹਰੇ ਤੋਂ ਮੁਸਕਰਾਉਂਦਿਆਂ ਹੋਇਆਂ ਇਹ ਸਾਰੇ ਨਗਰ ਨਿਵਾਸੀਆਂ ਦੇ ਅੱਗੇ ਬਚਨ ਕੀਤੇ ਸਨ। ਹੋ ਹਮਰੇ ਹੀ ਸਭ ਜਗ ਜਾਣੇ। ਮਹਾਰਾਜ ਕਹਿ ਲਗੇ ਵੀ
ਗੱਲ ਤੁਹਾਡੀ ਠੀਕ ਹੈ। ਤੁਸੀਂ ਤਾਂ ਪਹਿਲਾਂ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੇ ਹੋਏ ਹੋ। ਕੁਸ਼ਲ ਪ੍ਰਸ਼ਨ ਕਰ ਖੁਸ਼ੀ ਉਦਾਰਾ। ਮਹਾਰਾਜ ਨੇ ਭਜਨ ਬਿਲਾਸ ਕਰਦਿਆਂ ਹੋਇਆਂ ਇਹਨਾਂ ਨੂੰ ਵੀ ਬੜੀਆਂ ਖੁਸ਼ੀਆਂ ਬਖਸ਼ ਦਿੱਤੀਆਂ ਸਨ। ਲਿਓ ਤੁਰੰਗਮ ਜੋ ਬਲ ਭਾਰਾ। ਜਿਹੜਾ ਹੈ ਘੋੜਾ ਬੜਾ ਸੋਹਣਾ ਸ਼ਿੰਗਾਰ ਕੇ ਲਿਆਏ, ਉਹ ਵੀ ਮਹਾਰਾਜ ਨੇ ਪ੍ਰਵਾਨ ਕਰ ਲਿਆ ਸੀ। ਪੁੰਨ ਪੰਚ ਹੋਂ ਕਰ ਜੋਰ ਉਚਾਰੀ। ਫਿਰ ਪੰਜੇ ਭਰਾ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਅੱਗੇ ਬਾਰ-ਬਾਰ ਬੇਨਤੀਆਂ ਕਰਨ ਲੱਗ ਪਏ ਸਨ। ਕਰੀਏ ਪਾਵਨ ਸਦਨ ਹਮਾਰੀ। ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਹੁਣ ਸਾਡੇ ਘਰਾਂ ਨੂੰ ਵੀ ਆਪ ਨੇ ਚਰਨ ਪਾ ਕਰਕੇ ਪਵਿੱਤਰ ਕਰਨਾ ਹੈ। ਚਰਨ ਸਰੋਜ ਆਪ ਕੀ ਪਰੈ। ਜਿਨ੍ਹਾਂ ਜਿਨ੍ਹਾਂ ਘਰਾਂ ਦੇ ਵਿੱਚ ਆਪ ਦੇ ਆ ਮੁਬਾਰਕ ਚਰਨ ਪੈ ਜਾਣੇ ਹਨ, ਜਿੱਥੇ ਜੈ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਧਰਤੀ ਉਹ ਜਗ੍ਹਾ ਹੀ ਸੋਭਨੀਕ ਬਣ ਜਾਂਦੀ ਹੈ ਵੀ ਜਿੱਥੇ ਆਪ ਦੇ ਚਰਨ ਇੱਕ ਵਾਰੀ ਟਿਕ ਜਾਂਦੇ ਹਨ। ਸਭ ਕੁਟੰਬ ਔਰ ਆਨੰਦ ਧਰੈ। ਸੱਚੇ ਪਾਤਸ਼ਾਹ ਜਦੋਂ ਨਾ ਸਾਡੇ ਪਰਿਵਾਰ ਨੇ ਆਪ ਜੀ ਦਾ ਕਰ ਲੈ ਦਰਸ਼ਨ, ਉਹਨਾਂ ਦੇ ਮਨ ਦੇ ਵਿੱਚ ਵੀ ਬੜੀ ਖੁਸ਼ੀ ਬੜੇ ਚਾਅ ਪਰ ਜਾਣੇ ਹਨ। ਪੁਰਹੁ ਕਾਮਨਾ ਦਾਸਨ ਮਨ ਕੀ। ਸਾਡੇ ਮਨ ਦੀ ਜਿਹੜੀ ਕਾਮਨਾ ਇੱਛਾ ਹੁਣ ਆਪਣੇ ਹੀ ਪੂਰੀ ਕਰਨੀ ਹੈ। ਸੁਨ ਪ੍ਰਭ ਚਲੀ ਸੰਗ ਹੋਏ ਤਿਨ ਕੀ। ਉਸ ਵਕਤ ਸਤਿਗੁਰੂ ਜੀ ਇਹਨਾਂ ਦੀ ਬੇਨਤੀ ਨੂੰ ਸੁਣ ਕਰਕੇ ਨਾਲ ਹੀ ਤੁਰ ਪਏ ਸਨ। ਮੰਚ ਵਿਛਾਈ ਬਿਛੌਨਾ ਛਾਈ। ਹੁਣ ਇਹਨਾਂ ਨੇ ਪਹਿਲਾਂ ਹੀ ਘਰ ਦੇ ਵਿੱਚ ਬਹੁਤ ਵੱਡੇ ਮੰਜੇ ਦੇ ਉੱਪਰ ਨਰਮ ਜਿਹੜੇ ਵਿਛਾਉਣੇ ਵਿਛਾ ਦਿੱਤੇ ਸਨ। ਬਿਨੈ ਭਨਤ ਤਿਸ ਪਰ ਬੈਠਾਈ। ਬੇਨਤੀਆਂ ਕਰ ਕਰਕੇ ਸਤਿਗੁਰੂ ਜੀ ਨੂੰ ਉਹਨਾਂ ਫਿਰ ਮੰਜਿਆਂ ਦੇ ਉੱਪਰ ਬਿਠਾਇਆ ਸੀ। ਖੜੀ ਹੋਈ ਬੋਲੇ ਪ੍ਰਭ ਹੀਰਾ। ਉਸ ਸਮੇਂ ਜਦੋਂ ਸਤਿਗੁਰੂ ਜੀ ਬੜੇ ਸੁੰਦਰ ਮੰਜੇ ਦੇ ਉੱਪਰ ਚੌਂਕੜਾ ਮਾਰ ਕੇ ਬੈਠ ਗਏ ਸਨ। ਵੇਖ ਸਹਿਜ ਧਾਰੀ ਹਮ ਕੀਰਾ। ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਵੀ ਆ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਨੇ ਨਾ, ਇਹਨਾਂ ਸਾਰਿਆਂ ਨੇ ਆ ਜਿਹੜਾ ਸਹਿਜ ਧਾਰੀ ਪੈਖ ਧਾਰਨ ਕੀਤਾ ਹੋਇਆ ਹੈ। ਔਰ ਅਬਲਖਾ ਕਰਨ ਆਹਾਰਾ। ਹੁਣ ਸਾਡੇ ਮਨ ਦੀ ਇੱਛਾ ਇਹ ਹੈ ਵੀ ਅਸੀਂ ਸਾਰੇ ਰਲ ਮਿਲ ਕਰਕੇ ਆਪ ਨੂੰ ਘਰ ਦੇ ਵਿੱਚ ਲੰਗਰ ਪਾਣੀ ਤਿਆਰ ਕਰਕੇ ਸਾਰੇ ਸਿੰਘਾਂ ਦੇ ਸਮੇਤ ਛਕਾਉਣਾ ਚਾਹੁੰਦੇ ਹਾਂ। ਅਬ ਚਾਹਤ ਹੈ ਹੁਕਮ ਤੁਮਾਰਾ। ਹੁਣ ਅਸੀਂ ਆਪ ਦੀ ਆਗਿਆ ਪ੍ਰਾਪਤ ਕਰਨ ਦੇ ਲਈ ਇਕੱਠੇ ਹੋ ਕਰਕੇ ਆਏ ਹਾਂ। ਕਿਰਪਾ ਕਰਤ ਤਿਨ ਸੰਗ ਬਖਾਨਾ। ਉਸ ਸਮੇਂ ਸਤਿਗੁਰੂ ਜੀ ਨੇ ਫਿਰ ਇਹਨਾਂ ਦੀ ਬੇਨਤੀ ਨੂੰ ਸੁਣ ਕਰਕੇ ਆਪਣੇ ਵੱਲੋਂ ਆਗਿਆ ਕਰ ਦਿੱਤੀ ਹੈ। ਤੁਮ ਪਰ ਹਮਰੀ ਕਿਰਪਾ ਮਹਾਨਾ। ਭਾਈ ਤੁਹਾਡੇ ਉੱਪਰ ਤਾਂ ਸਾਡੀ ਪਹਿਲਾਂ ਹੀ ਬੜੀ ਰਹਿਮਤ ਕਿਰਪਾ ਹੋ ਚੁੱਕੀ ਹੈ ਪ੍ਰਸੰਤਾ ਖੁਸ਼ੀ ਪਛਾਨ। ਧੰਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੇਖੋ ਕਿਤਨੀਆਂ ਦਾਤਾਂ ਤੁਹਾਡੇ ਘਰ ਦੇ ਵਿੱਚ ਪਹਿਲਾਂ ਹੀ ਜਿਹੜੀਆਂ ਖੁੱਲੀਆਂ ਡੁੱਲੀਆਂ ਬਖਸ਼ੀਆਂ ਹੋਈਆਂ ਹਨ। ਤੁਮਰੋ ਹੈ ਸਭ ਕਿਛ ਪਰਵਾਨ। ਸਤਿਗੁਰੂ ਜੀ ਕਹਿ ਲਗੇ ਵੀ ਤੁਹਾਡਾ ਜਿਹੜਾ ਲੰਗਰ ਪਾਣੀ ਤਿਆਰ ਕੀਤਾ ਹੋਇਆ ਸਾਰਾ ਹੀ ਪ੍ਰਵਾਨ ਹੋ ਜਾਣਾ ਹੈ। ਸਭ ਭਿਆਨੀਆਂ ਚੱਲ ਕਰ ਆਈ। ਉਸ ਸਮੇਂ ਜੋ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਅਵਲਾ ਸਨ, ਉਹਨਾਂ ਨੇ ਵੀ ਆ ਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ ਸੀ। ਬਹੁ ਸ਼ਰਧਾ ਤੇ ਗਰੀਬ ਨਿਵਾਈ। ਉਹਨਾਂ ਨੇ ਵੀ ਹਿਰਦੇ ਦੇ ਅੰਦਰ ਬੜੀ ਸ਼ਰਧਾ ਭਾਵਨਾ ਧਾਰਨ ਕਰਦਿਆਂ ਹੋਇਆਂ ਬਾਰ-ਬਾਰ
ਮਹਾਰਾਜ ਦੇ ਅੱਗੇ ਆਪਣਾ ਸੀਸ ਝੁਕਾਇਆ ਸੀ। ਜੇਕਰ ਖੁਸ਼ੀ ਗੁਰੂ ਚੱਲ ਆਈ, ਹੁਣ ਇਹਨਾਂ ਨੂੰ ਖੁਸ਼ੀ ਬਖਸ਼ ਕਰਕੇ ਸਤਿਗੁਰੂ ਜੀ ਫਿਰ ਉਸ ਥਾਂ ਤੇ ਵਾਪਸ ਮੁੜ ਆਏ ਸਨ। ਸਿਬਰ ਬਿਰਾਜੀ ਸਹਿਜ ਸੁਭਾਈ, ਸੋਧੈ ਸਿੱਧ, ਜਿੱਥੇ ਮਹਾਰਾਜ ਨੇ ਪਹਿਲਾਂ ਆ ਕਰਕੇ ਇਸ ਪਿੰਡ ਦੇ ਵਿੱਚ ਆਪਣਾ ਡੇਰਾ ਲਗਾਇਆ ਸੀ। ਦਾਸਨ ਤਬੈ ਲਗਾਇਓ ਹੋ ਡੇਰਾ, ਜਿਹੜੇ ਸੇਵਕ ਦਾਸ ਉਹਨਾਂ ਨੇ ਵੀ ਰਾਤ ਬਤੀਤ ਕਰਨ ਦੇ ਲਈ ਆਪੋ ਆਪਣੇ ਤੰਬੂ ਵਗੈਰਾ ਲਗਾਏ ਹੋਏ ਸਨ। ਜੀਨ ਉਤਾਰ ਧਰੇ ਤਿਸ ਬੇਰਾ, ਜੋਧਿਆ ਸੂਰਮਿਆਂ ਨੇ ਆਪੋ ਆਪਣੇ ਘੋੜਿਆਂ ਤੋਂ ਜਿਹੜੀਆਂ ਕਾਠੀਆਂ ਉਹ ਵੀ ਉਤਾਰ ਦਿੱਤੀਆਂ ਸਨ। ਦੋਹਰਾ ਤ੍ਰਿਨ ਦਾਨਾ ਪਹੁੰਚਾਈ ਕਰ, ਸੇਵ ਕਰੀ ਬਹੁ ਰੀਤ। ਇਹਨਾਂ ਪੰਜਾਂ ਭਰਾਵਾਂ ਨੇ ਘੋੜਿਆਂ ਵਾਸਤੇ ਦਾਣਾ ਵੀ ਘਾਹ ਵੀ ਬੜਾ ਖੁੱਲਾ ਡੁੱਲਾ ਆਪਣੇ ਘਰ ਦੇ ਵਿੱਚੋਂ ਪੈ ਜਾ ਦਿੱਤਾ ਸੀ। ਆਨਿਓ ਭੋਜਨ ਤਿਆਰ ਕਰ, ਬਹੁ ਸਵਾਦਲ ਧਰ ਪ੍ਰੀਤ। ਫਿਰ ਡੇਰੇ ਦੇ ਵਿੱਚ ਹੀ ਬੜਾ ਜਿਹੜਾ ਲੰਗਰ ਪਾਣੀ ਤਿਆਰ ਕਰਕੇ ਹਾਜ਼ਰ ਹੋ ਗਏ ਸਨ। ਚੌਪਈ ਥਾਰ ਪਰੋਸ ਧਰਿਓ ਗੁਰ ਆਗੀ, ਜਦੋਂ ਇਹਨਾਂ ਪੰਜੇ ਭਰਾਵਾਂ ਨੇ ਥਾਲ ਪਰੋਸ ਕਰਕੇ ਸਤਿਗੁਰੂ ਜੀ ਦੇ ਅੱਗੇ ਲਿਆ ਕਰਕੇ ਰੱਖਿਆ ਸੀ। ਦਇਓ ਸਰਬ ਕੋ ਅਚਬਨ ਲਾਗੀ, ਫਿਰ ਜਿਹੜੇ ਸਤਿਗੁਰੂ ਜੀ ਦੇ ਨਾਲ ਨੇ ਜ਼ੋਧੇ ਸੂਰਮੇ ਉਹਨਾਂ ਨੂੰ ਫਿਰ ਬਰਤਨਾਂ ਦੇ ਵਿੱਚ ਪਾ ਕੇ ਲੰਗਰ ਪਾਣੀ ਵਰਤਾ ਦਿੱਤਾ ਸੀ। ਤ੍ਰਿਪਤ ਪਾਨ ਕਰ ਪਾਨੀ ਪਾਨ, ਸਤਿਗੁਰੂ ਜੀ ਵੀ ਇਹਨਾਂ ਦਾ ਲੰਗਰ ਪਾਣੀ ਜੋ ਵੀ ਤਿਆਰ ਕੀਤਾ ਹੋਇਆ ਜਦੋਂ ਛਕ ਕਰਕੇ ਤ੍ਰਿਪਤ ਹੋ ਗਏ ਸਨ। ਕਰੀ ਪਖਾਰਨ ਗੁਰ ਭਗਵਾਨ, ਇਹਨਾਂ ਨੇ ਫਿਰ ਸਤਿਗੁਰੂ ਜੀ ਦੇ ਜਿਹੜੇ ਹੱਥ ਵੀ ਬੜੇ ਨਿਰਮਲ ਜਲ ਦੇ ਨਾਲ ਸਾਫ ਕਰਵਾ ਦਿੱਤੇ ਸਨ। ਸੁਪਤ ਜਥਾ ਸੁਖ ਨਿਸ ਕੇ ਮਾਹੀ, ਰਾਤ ਦੇ ਟਾਈਮ ਤੇ ਸਤਿਗੁਰੂ ਜੀ ਨੇ ਬਹੁਤ ਵੱਡੇ ਸੋਹਣੇ ਪਲੰਗੇ ਦੇ ਉੱਪਰ ਹੋ ਕਰਕੇ ਬਿਰਾਜਮਾਨ ਆਰਾਮ ਕੀਤਾ ਸੀ। ਭਈ ਪ੍ਰਾਤ ਜਾਗਰਤ ਚਿਤ ਚਾਹੀ, ਜਦੋਂ ਹੋ ਗਿਆ ਅੰਮ੍ਰਿਤ ਵੇਲਾ ਉਸ ਸਮੇਂ ਸਤਿਗੁਰੂ ਜੀ ਸਾਵਧਾਨ ਹੋ ਗਏ ਹਨ। ਸੌਚ ਇਸ਼ਨਾਨ ਠਾਨ ਗੁਰ ਬੈਸੀ, ਪਹਿਲਾਂ ਜੋ ਹੈ ਤੇਰੀ ਸਰੀਰ ਦੀ ਸੋਚਾਚਾਰ ਕਿਰਿਆ ਵਗੈਰਾ ਕੀਤੀ ਸੀ। ਪੰਚੋ ਭਰਾਤ ਆਈ ਕਰ ਤੈਸੀ, ਜਦੋਂ ਥੋੜਾ ਜਿਹਾ ਹੋ ਗਿਆ ਪੌ ਫਟਾਲਾ ਉਸੇ ਵਕਤ ਫੇਰੇ ਜਿਹੜੇ ਪੰਜੇ ਭਰਾ ਆਪਣੇ ਘਰੋਂ ਚੱਲ ਕੇ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋ ਗਏ ਨੇ। ਮਾਨ ਸਿੰਘ ਤਬ ਬੂਝੀ ਬਾਤ, ਉਸ ਸਮੇਂ ਭਾਈ ਮਾਨ ਸਿੰਘ ਜੀ ਜੋ ਇਹਨਾਂ ਦੀ ਕੁੱਲ ਹੈ ਜੋ ਇਹਨਾਂ ਦੀ ਬੰਸਨ ਉਹਦੇ ਬਾਰੇ ਸਾਰੀ ਗਾਥਾ ਪੁੱਛਣ ਲੱਗੇ ਸਨ। ਕਹਿ ਭਾਈ ਬਹਿਲੋ ਕੇ ਤਾਤ, ਕਹਿ ਲੱਗਿਆ ਵੀ ਇਉਂ ਦੱਸੋ ਭਾਈ ਬਹਿਲੋ ਦੇ ਘਰ ਦੇ ਵਿੱਚ ਅੱਗੇ ਕਿਤਨੇ ਪੁੱਤਰ ਪੈਦਾ ਹੋਏ ਸਨ? ਪਿਤਾ ਤੁਮਾਰੋ ਨਾਮ ਸੋ ਕੌਣ, ਤੁਸੀਂ ਆਪਣੇ ਪਿਤਾ ਦਾ ਵੀ ਨਾਮ ਦੱਸਣਾ ਕਰੋ। ਕਹੋ ਬੰਸ ਕੀ ਗਾਥਾ ਜੌਨ, ਵੀ ਜਿਵੇਂ ਜਿਵੇਂ ਤੁਹਾਡੀ ਬੰਸ ਤੁਹਾਡੀ ਕੁੱਲ ਬਹੁਤ ਜ਼ਿਆਦਾ ਇਸ ਵਕਤ ਵੱਧ ਚੁੱਕੀ ਹੈ। ਤਬ ਗੁਰਦਾਸ ਬਖਾਨੀ ਗਾਥਾ, ਉਸ ਸਮੇਂ ਜਿਹੜੇ ਸੀ ਸਾਰਿਆਂ ਨਾਲੋਂ ਵੱਡੇ ਭਾਈ ਬਹਿਲੋ ਕੇ ਗੁਰਦਾਸ ਇਹ ਆਪਣੇ ਪਰਿਵਾਰ ਦੀ ਗਾਥਾ ਭਾਈ ਮਾਨ ਸਿੰਘ ਦੇ ਪੁੱਛਣ ਕਰਕੇ ਸਾਰਿਆਂ ਨੂੰ ਦੱਸਣ ਲੱਗੇ ਸਨ। ਬਖਸ਼ੇ ਜਬ ਸ਼੍ਰੀ ਅਰਜਨ ਨਾਥਾ, ਵੀ ਜਦੋਂ ਧੰਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੇਵਾ ਤੇ ਹੋ ਕਰਕੇ ਪ੍ਰਸੰਨ ਭਾਈ ਬਹਿਲੋ ਜੀ ਨੂੰ ਬੜੀਆਂ ਜਿਹੜੀਆਂ ਬੇਅੰਤ ਰਹਿਮਤਾਂ ਆਪਣੇ ਵੱਲੋਂ ਬਖਸ਼ੀਆਂ ਸਨ। ਭਾਈ ਬਹਿਲੋ ਤਬ ਚੱਲ ਆਈ, ਜਦੋਂ ਭਾਈ ਬਹਿਲੋ ਜੀ ਸੇਵਾ ਔਰ ਸਿਮਰਨ ਕਰਦਿਆਂ ਪੂਰਨ ਪਦਵੀ ਨੂੰ ਪ੍ਰਾਪਤ ਹੋ ਗਏ। ਜਿਸ ਤਰ੍ਹਾਂ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹਦੇ ਉੱਪਰ ਵੀ
ਸੇਵਾ ਨੂੰ ਦੇਖ ਕੇ ਖੁਸ਼ੀ ਹੋ ਜਾਂਦੀ। ਉਹਨਾਂ ਫਿਰ ਪੂਰਨ ਗੁਰ ਸਿੱਖਾਂ ਨੂੰ ਅੱਗੇ ਤੋਂ ਅੱਗੇ ਗੁਰੂ ਬਾਬਾ ਜੀ ਦੀ ਜਿਹੜੀ ਹੈ ਲਾਈ ਹੋਈ ਫਲਵਾੜੀ ਹੈ ਨਾ ਗੁਰ ਸਿੱਖੀ ਰੂਪੀ, ਇਹਦੀ ਜਿਹੜੀ ਮਹਿਕ ਅੱਗੇ ਤੋਂ ਅੱਗੇ ਫੈਲਾਉਣ ਵਾਸਤੇ ਉਹਨਾਂ ਨੂੰ ਆਗਿਆ ਕਰਦੇ ਭਾਈ ਹੁਣ ਤੋਂ ਪੂਰਨ ਪਦਵੀ ਨੂੰ ਪ੍ਰਾਪਤ ਹੋ ਗਏ ਹੈ। ਜਾ ਕਰਕੇ ਤੇ ਆਪਣੇ ਇਲਾਕੇ 'ਚ ਗੁਰੂ ਕੇ ਲੰਗਰ ਔਰ ਗੁਰਮਤਿ ਦਾ ਪ੍ਰਚਾਰ ਕਰਨਾ ਹੈ। ਇਸੇ ਤਰ੍ਹਾਂ ਵੀ ਕਹਿ ਲੱਗੇ, ਜਦੋਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਬੈਲੋ ਨੂੰ ਵੀ ਆ ਜੰਗਲ ਦੇ ਇਲਾਕੇ ਦੇ ਵਿੱਚ ਭੇਜਿਆ ਸੀ। ਮਸਤ ਸੁਭਾਵ ਏਕ ਲਿਵ ਲਾਈ। ਹੁਣ ਬੰਦਗੀ ਕਰਦਿਆਂ ਜਦੋਂ ਇਹਨਾਂ ਦੀ ਲਿਵ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਚੁੱਕੀ ਸੀ, ਪੋਸਤ ਭੰਗ ਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਕੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਭਾਈ ਬੈਲੋ ਜੀ ਨੂੰ ਵੀ ਇਹ ਅੱਠੇ ਪੈ ਰਾਤ ਦਿਨ ਪਰਮਾਤਮਾ ਦੇ ਨਾਮ ਦੀ ਜਿਹੜੀ ਖੁਮਾਰੀ ਹੈ, ਜਿਹੜੀ ਮਸਤੀ ਹਰ ਵਕਤ ਚੜੀ ਰਹਿੰਦੀ ਸੀ। ਜਿਵੇਂ ਬਾਬਾ ਧਿਆਨਾ ਜੀ, ਉਹ ਵੀ ਹਰ ਵਕਤ ਆਪਣੀ ਸਮਾਧੀ ਦੇ ਵਿੱਚ ਹੀ ਲੀਨ ਰਿਹਾ ਕਰਦਾ ਸੀ। ਨਾ ਖਾਣ ਦੀ ਨਾ ਪੀਣ ਦੀ ਕੋਈ ਵੀ ਉਹਨਾਂ ਨੂੰ ਆਪਣੀ ਹੋਸ਼ ਨਹੀਂ ਸੀ ਰਹਿੰਦੀ। ਛੋਟੇ ਸਾਂਝੀ ਮਹਾਰਾਜ ਬੜੇ ਹੋ ਜਾਏ ਬਾਬਾ ਧਿਆਨਾ ਦੀ ਜਿਹੜੇ ਬਚਨ ਸੰਗਤਾਂ ਦੇ ਵਿੱਚ ਸੁਣਾਇਆ ਕਰਦੇ ਵੀ ਉਹਨਾਂ ਨੂੰ ਤਾਂ ਆਪਣੀ ਆ ਜਿਹੜੀ ਸਰੀਰ ਦੀ ਕਿਰਿਆ ਇਹਦੇ ਬਾਰੇ ਵੀ ਕੋਈ ਪਤਾ ਨਹੀਂ ਸੀ ਲੱਗਦਾ। ਜਿਹੜੇ ਪ੍ਰੇਮੀ ਹੀ ਆਪ ਉਹਨਾਂ ਦੇ ਵਸਤਰ ਵਗੈਰਾ ਸਾਫ ਕਰਿਆ ਕਰਦੇ। ਇਹੋ ਜੀ ਜਿਹੜੀ ਅਵਸਥਾ ਜਦੋਂ ਭਾਈ ਬੈਲੋ ਜੀ ਇਹ ਵੀ ਹੁਣ ਅੱਠੇ ਪੈ ਰਾਤ ਦਿਨ ਇੱਕ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਬਿਰਤੀ ਲਗਾ ਕਰਕੇ ਬੈਠੇ ਰਹਿੰਦੇ ਸਨ। ਨਹੀਂ ਪਦਾਰਥ ਦੇਸ਼ ਬ੍ਰਿਤ ਆਈ। ਕਦੇ ਵੀ ਉਹਨਾਂ ਦੀ ਜਿਹੜੀ ਬਿਰਤੀ ਇਹ ਦੁਨਿਆਵੀ ਪਦਾਰਥਾਂ ਦੇ ਵੱਲ ਨਹੀਂ ਗਏ ਸੀ। ਇੱਕ ਰਸ ਬੈਠਾ ਹੈ ਸਹਿਜ ਸੁਭਾਈ। ਬਸ ਜਿੱਥੇ ਧਿਆਨ ਲਗਾ ਕਰਕੇ ਬਹਿ ਗਏ, ਉੱਥੇ ਬੈਠਿਆ ਬਿਠਾਇਆ ਹੀ ਕਾਫੀ ਟਾਈਮ ਬਤੀਤ ਹੋ ਜਾਂਦਾ ਸੀ। ਜਿਤ ਦੇਖਤ ਤਿਤ ਦੇਖਤ ਰਹਿ। ਜੈ ਕਿਤੇ ਨੇਤਰ ਖੋਲ ਕਰਕੇ ਦੇਖਣ ਲੱਗ ਫਿਰ ਉਸ ਦਿਸ਼ਾ ਦੇ ਵਾਲੀ ਕਈ ਘੰਟੇ ਕਈ ਪੈਰ ਉਹਨਾਂ ਨੇ ਦੇ ਦਿਆਂ ਬਤੀਤ ਕਰ ਦਿੰਦੇ ਸਨ। ਮੁਦਰਤ ਨੈਣਾ ਸੋ ਮੁਦਰਤ ਹੈ। ਜੈ ਕਰ ਕਿਤੇ ਨੇਤਰ ਬੰਦ ਕਰਕੇ ਸਮਾਧੀ ਲਗਾ ਲਈ, ਪਰ ਕਈ ਘੰਟੇ ਆਪਣੇ ਨੇਤਰ ਨਹੀਂ ਖੋਲਦੇ ਸਨ। ਇੱਕ ਦਿਨ ਗਾਨਾ ਸੰਗਤ ਚੱਲ ਆਈ। ਇੱਕ ਦਿਨ ਦਾ ਜ਼ਿਕਰ ਕਿਤਨਾ ਪਿਆਰ ਭਾਈ ਬੈਲੋ ਜੀ ਤਾਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਰ ਸਿੱਖਾਂ ਦੇ ਨਾਲ ਕਰਿਆ ਕਰਦੇ ਸੀ। ਭਾਈ ਬੈਲੋ ਜੀ ਨੂੰ ਪਤਾ ਲੱਗਿਆ ਵੀ ਇਹ ਜਿਹੜੇ ਪ੍ਰੇਮੀ ਇਹ ਸੰਗਤਾਂ ਬਹੁਤ ਦੂਰੋਂ ਸਾਡੇ ਪਾਸ ਚੱਲ ਕਰਕੇ ਆਈਆਂ ਹਨ। ਨਮੋ ਕਰੀ ਭਾਈ ਅਗਵਾਈ। ਹੁਣ ਇਹਨਾਂ ਨੇ ਗੁਰੂ ਕਾ ਪੂਰਨ ਗੁਰ ਸਿੱਖ ਜਾਣ ਕੇ ਸਾਰਿਆਂ ਨੇ ਆਪੋ ਆਪਣੀ ਬਾਰੀ ਦੇ ਮੁਤਾਬਕ ਚਰਨਾਂ ਤੇ ਮੱਥਾ ਟੇਕ ਦਿੱਤਾ। ਉਤੋ ਪੁੱਤਰ ਇੱਕ ਨਾਨੂ ਨਾਮ। ਉਸ ਸਮੇਂ ਭਾਈ ਬੈਲੋ ਜੀ ਦੇ ਘਰ ਦੇ ਵਿੱਚ ਇੱਕ ਜਿਹੜਾ ਨਾਨੂ ਨਾਮ ਕਰਕੇ ਪੁੱਤਰ ਪੈਦਾ ਹੋਇਆ ਸੀ। ਤ੍ਰੈ ਸੁਤੀ ਉਪਜੀ ਤਾਂ ਕੀ ਧਾਮ। ਅੱਗੇ ਫਿਰ ਭਾਈ ਨਾਨੂ ਜੀ ਦੇ ਘਰ ਤਿੰਨ ਜਿਹੜੇ ਪੁੱਤ ਪੈਦਾ ਹੋਏ। ਭਾਵ ਵੀ ਭਾਈ ਬੈਲੋ ਜੀ ਦੇ ਘਰ ਦੇ ਵਿੱਚ ਤਿੰਨ ਜਿਹੜੇ ਪੋਤਰੇ ਵੀ ਜਨਮ ਲੈ ਚੁੱਕੇ ਸਨ। ਇੱਕ ਸੰਗਤ ਕੋ ਹੁਕਮ ਬਖਾਨਾ। ਜਦੋਂ ਭਾਈ ਬੈਲੋ ਜੀ ਨੇ ਨਿਗਾਹ ਮਾਰੀ ਵੀ ਹੈ ਜਿਹੜੇ ਗੁਰ ਸਿੱਖ ਬਹੁਤ ਦੂਰੋਂ ਵਿਚਾਰੇ ਥੱਕੇ ਟੁੱਟੇ
ਸਾਡੇ ਪਾਸ ਪਹੁੰਚੇ ਹਨ। ਅਨਹੋ ਕਰਤੀ ਪ੍ਰਾਤ ਮਹਾਨਾ। ਉਹ ਸਮੇਂ ਆਪਣੇ ਸੇਵਕਾਂ ਦਾਸਾਂ ਨੂੰ ਕਹਿਣ ਲੱਗੇ, ਆਓ ਕਰੋ ਬਈ, ਜਿਹੜੀ ਨਾ ਸਾਡੇ ਘਰ ਦੇ ਵਿੱਚ ਬਹੁਤ ਵੱਡੀ ਇੱਕ ਪਰਾਤ ਰੱਖੀ ਹੋਈ ਹੈ। ਤਿਸ ਮਹਿ ਸਿੱਖਨ ਚਰਨ ਪਖਾਰੇ। ਜਿਵੇਂ ਪਹਿਲੇ ਸਮਿਆਂ 'ਚ ਪਿੱਤਲਾਂ ਦੀਆਂ ਜਿਹੜੀਆਂ ਪਰਾਂਤਾਂ ਆਮ ਪਰਿਵਾਰਾਂ ਦੇ ਵਿੱਚ ਹੋਇਆ ਕਰਦੀਆਂ, ਕਹਿ ਲੱਗੇ ਵੀ ਸਾਰਿਆਂ ਨਾਲੋਂ ਵੱਡੀ ਪਰਾਤ ਸਾਡੇ ਪਾਸ ਲਿਆਓ। ਆਪਾਂ ਨਾ ਇਹਨਾਂ ਗੁਰਸਿੱਖਾਂ ਦੇ ਜਿਹੜੇ ਚਰਨ, ਉਸ ਪਰਾਤ ਦੇ ਵਿੱਚ ਜਲ ਪਾ ਕੇ ਸਾਫ ਕਰਨੇ ਹਨ। ਗਮਨੇ ਮਗ ਕੋ ਸ਼ਰਮ ਨਿਰਵਾਰੇ। ਵੀ ਦੇਖੋ, ਜਦੋਂ ਇਹਨਾਂ ਦੇ ਚਰਨ ਗਰਮ ਗਰਮ ਜਲ ਦੇ ਨਾਲ ਧੋਵਾਂਗੇ, ਇਹਨਾਂ ਦੀ ਜਿਹੜੀ ਰਾਹ ਦੀ ਥਕਾਵਟ ਉਹ ਵੀ ਸਾਰੀ ਦੂਰ ਹੋ ਜਾਣੀ ਹੈ। ਦੇਖੋ, ਕੱਚੇ ਰਸਤੇ ਰਾਹ ਦੇ ਵਿੱਚ ਇਹਨਾਂ ਦੇ ਚਰਨਾਂ ਦੇ ਉੱਪਰ ਕਿਤਨਾ ਜਿਹੜਾ ਮਿੱਟੀ ਘੱਟਾ ਵੀ ਪੈ ਕਰਕੇ ਜੰਮ ਚੁੱਕਿਆ ਹੈ। ਸੁਨਤ ਦਾਸ ਘਰ ਅੰਤਰ ਗਇਓ। ਹੁਣ ਜਦੋਂ ਭਾਈ ਬਹਿਲੋ ਜੀ ਦੇ ਪਾਸੋਂ ਸੁਣ ਕੇ ਉਹ ਸੇਵਕ ਦਾਸ ਘਰ ਦੇ ਵਿੱਚ ਗਏ ਸਨ। ਤਿਸ ਬਾਸਨ ਕੋ ਜਾਚਿਤ ਭਇਓ। ਜਿਹੜੀ ਬਹੁਤ ਵੱਡੀ ਪਰਾਤ ਭਾਈ ਬਹਿਲੋ ਜੀ ਨੇ ਮੰਗਾਉਣ ਵਾਸਤੇ ਆਪਣੇ ਵੱਲੋਂ ਹੁਕਮ ਕੀਤਾ ਵੀ ਫਲਾਣੀ ਵੱਡੀ ਜਿਹੜੀ ਪਰਾਤ ਉਹ ਸਾਡੇ ਪਾਸ ਲੈ ਕਰਕੇ ਆਉਣੀ ਹੈ। ਹੋਤੀ ਸੋ ਗ੍ਰੀਕਮ ਰੁੱਤ ਤਿਸ ਕਾਲਾ। ਉਹ ਸਮੇਂ ਜੇਠ ਆੜ ਦਾ ਮਹੀਨਾ ਔਲ ਦੇ ਕਾਰਨ ਇਹ ਜਿਹੜੀ ਗਰਮੀ ਬੜੇ ਜ਼ੋਰਾਂ ਤੇ ਪੈ ਰਹੀ ਸੀ। ਜਲ ਭਰ ਰਾਖੀ ਪ੍ਰਾਤ ਬਿਸਾਲਾ। ਔਰ ਜਿਹੜੀ ਸੀ ਭਾਈ ਨਾਨੂ ਜੀ ਦੇ ਘਰੋਂ ਮਾਤਾ ਜੀ, ਉਹਨਾਂ ਨੇ ਸਵੇਰੀ ਜਿਹੜਾ ਠੰਡਾ ਪਾਣੀ ਉਸ ਪਰਾਤ ਦੇ ਵਿੱਚ ਭਰ ਕਰਕੇ ਰੱਖਿਆ ਹੋਇਆ ਸੀ। ਤ੍ਰੈ ਨਾਨੂ ਸੁਤ ਬੀਚ ਬਿਠਾਈ। ਜਿਹੜੇ ਨਾਨੂ ਜੀ ਦੇ 3 ਪੁੱਤ ਉਸ ਵੱਡੀ ਪਰਾਤ ਦੇ ਵਿੱਚ ਇਸ਼ਨਾਨ ਕਰਾਉਣ ਦੇ ਲਈ ਮਾਤਾ ਜੀ ਨੇ ਬਿਠਾਏ ਹੋਏ ਸਨ। ਵੀ ਗਰਮੀ ਬੜੀ ਜ਼ਿਆਦਾ ਪੈ ਰਹੀ ਹੈ, ਉਸ ਪਰਾਤ ਦੇ ਵਿੱਚ ਆਪਣੇ ਬੱਚਿਆਂ ਦਾ ਜਿਹੜਾ ਇਸ਼ਨਾਨ ਕਰਾ ਰਹੇ ਸਨ। ਤਿਨ ਕੀ ਜਨਨੀ ਮਸਲ ਨੁਹਾਈ। ਹੁਣ ਆਪਣੇ ਛੋਟੇ ਛੋਟੇ ਬੇਟਿਆਂ ਨੂੰ ਉਹਨਾਂ ਦੀ ਜਿਹੜੀ ਮਾਤਾ ਮਲ ਮਲ ਕਰਕੇ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰਵਾ ਰਹੀ ਸੀ। ਔਰ ਜਿਸ ਪ੍ਰਕਾਰ ਮਾਤਾ ਜੀ ਨੇ ਆਪਣੇ ਵੱਲੋਂ ਜਵਾਬ ਦੇਣਾ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਾ ਭਾਗਿਆ ਗੌਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਕਹਿਓ ਦਾਸ ਕੋ ਪ੍ਰਾਤ ਮਝਾਰੀ। ਪੁੱਤਰ ਇਸ਼ਨਾਨੋ ਨਿਰਮਲ ਬਾਰੀ। ਕਹਿਓ ਦਾਸ ਕੋ ਪ੍ਰਾਤ ਮਝਾਰੀ। ਪੁੱਤਰ ਇਸ਼ਨਾਨੋ ਨਿਰਮਲ ਬਾਰੀ। ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾਸ।